ਅੱਜ ਅਸੀਂ ਕਰਨ ਜਾ ਰਹੇ ਹਾਂ ਪਾਠ ਨੰਬਰ 3 ਅਰਥ ਸ਼ਾਸਤਰ ਦਾ ਭਾਰਤ ਵਿੱਚ ਖੇਤੀਬਾੜੀ ਦਾ ਵਿਕਾਸ। ਪਹਿਲਾ ਕੁਐਸਚਨ ਹੈ ਭਾਰਤੀ ਅਰਥ ਵਿਵਸਥਾ ਵਿੱਚ ਖੇਤੀਬਾੜੀ ਦੀ ਮਹੱਤਤਾ ਦਾ ਬਿਆਨ ਕਰੋ। ਠੀਕ ਹੈ, ਪਹਿਲਾ ਪੁਆਇੰਟ ਹੈ ਕਿ ਭਾਰਤ ਦੀ ਰਾਸ਼ਟਰੀ ਆਮਦਨ ਦਾ ਲਗਭਗ 40% ਹਿੱਸਾ ਖੇਤੀ ਅਤੇ ਵਣਾਂ ਆਦਿ ਪ੍ਰਾਥਮਿਕ ਕਿਰਿਆਵਾਂ ਤੋਂ ਪ੍ਰਾਪਤ ਹੁੰਦਾ ਹੈ। ਠੀਕ ਹੈ, ਦੂਸਰਾ ਪੁਆਇੰਟ ਹੈ ਭਾਰਤੀ ਖੇਤੀ ਦੀ ਜਨਸੰਖਿਆ ਨੂੰ ਭੋਜਨ ਅਤੇ ਪਸ਼ੂਆਂ ਨੂੰ ਚਾਰਾ ਪ੍ਰਾਪਤ ਹੁੰਦਾ ਹੈ। ਠੀਕ ਹੈ, ਹੁਣ ਖੇਤੀਬਾੜੀ ਤੋਂ ਕੀ ਜਿਹੜੇ ਵੀ ਪੋਪੂਲੇਸ਼ਨ ਹੈ ਉਹ ਸਾਰੇ ਜਨਸੰਖਿਆ ਨੂੰ ਕੀ ਭੋਜਨ ਵੀ ਮਿਲਦਾ ਹੈ ਅਤੇ ਜਾਨਵਰਾਂ ਨੂੰ ਜਿਹੜਾ ਚਾਰਾ ਹੈ ਉਹ ਮਿਲਦਾ ਹੈ। ਠੀਕ ਹੈ, ਹੁਣ ਤੀਸਰਾ ਪੁਆਇੰਟ ਹੈ ਕਿ ਭਾਰਤੀ ਅਰਥ ਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਰੁਜ਼ਗਾਰ ਦੇ ਮੌਕੇ ਖੇਤੀ ਖੇਤਰ ਵਿੱਚ ਵੀ ਮਿਲਦੇ ਹਨ। ਠੀਕ ਹੈ, ਤੋਂ ਸਭ ਤੋਂ ਜ਼ਿਆਦਾ ਰੁਜ਼ਗਾਰ ਦੇ ਮੌਕੇ ਜਿਹੜੇ ਹੈ ਉਹ ਖੇਤੀ ਰੁਜ਼ਗਾਰ ਦੇ ਵਿੱਚ ਹੀ ਮਿਲਦੇ ਹਨ। ਠੀਕ ਹੈ, ਲੱਕੜ ਕੱਟਣ, ਉਸ ਤੋਂ ਬਾਅਦ ਉਸਨੂੰ ਲੋਡ ਕਰਨ ਅਤੇ ਉਸ ਤੋਂ ਬਾਅਦ ਚੀਰਨ ਫਾੜਨ ਦੇ ਲਈ ਲੱਕੜਾਂ ਨੂੰ, ਠੀਕ ਹੈ, ਤਾਂ ਮਜ਼ਦੂਰਾਂ ਦੀ ਇਹਦੇ ਵਿੱਚ ਲੋੜ ਹੁੰਦੀ ਹੈ। ਅਗਲਾ ਪੁਆਇੰਟ ਹੈ ਉਦਯੋਗਾਂ ਨੂੰ ਕੱਚਾ ਮਾਲ ਜਿਵੇਂ ਕਪਾਹ, ਪਟਸਨ, ਗੰਨਾ, ਤਿਲ, ਰਬੜ, ਅਨਾਜ ਆਦਿ ਖੇਤੀ ਖੇਤਰ ਵਿੱਚੋਂ ਹੀ ਪ੍ਰਾਪਤ ਹੁੰਦੇ ਹਨ। ਠੀਕ ਹੈ, ਅਤੇ ਜਿਹੜੇ ਉਦਯੋਗ ਨੇ ਛੋਟੇ ਹਨ ਭਾਵੇਂ ਵੱਡੇ, ਜਿਵੇਂ ਕਪਾਹ ਦਾ ਉਦਯੋਗਨ ਹੋ ਗਿਆ, ਪਟਸਨ ਦਾ, ਗੰਨਾ, ਤੇਲ, ਠੀਕ ਹੈ, ਰਬੜ, ਇਹਨਾਂ ਦਾ ਉਤਪਾਦਨ ਵੀ ਜਿਹੜਾ ਉਹ ਖੇਤਾਂ ਵਿੱਚ ਹੀ ਹੁੰਦਾ ਹੈ। ਠੀਕ ਹੈ, ਹੁਣ ਕਹਿੰਦੇ ਜ਼ਿਆਦਾਤਰ ਪਿੰਡਾਂ ਪਰਿਵਾਰ ਆਪਣੇ ਸਹਾਇਕ ਰੁਜ਼ਗਾਰ ਦੇ ਲਈ ਖੇਤੀ ਉੱਪਰ ਹੀ ਨਿਰਭਰ ਹੁੰਦੇ ਹਨ। ਜਿਹੜੇ ਪਿੰਡਾਂ ਵਿੱਚ ਜ਼ਿਆਦਾਤਰ ਲੋਕ ਹੁੰਦੇ ਹਨ ਉਹ ਖੇਤਾਂ ਵਿੱਚ ਹੀ ਆਪਣਾ ਕੰਮ ਕਰਦੇ ਹਨ ਰੁਜ਼ਗਾਰ ਚਲਾਉਣ ਦੇ ਲਈ। ਠੀਕ ਹੈ, ਅਗਲਾ ਪੁਆਇੰਟ ਹੈ ਕਿ ਰਾਜ ਸਰਕਾਰ ਆਪਣੀ ਆਮਦਨ ਦਾ ਇੱਕ ਵੱਡਾ ਹਿੱਸਾ ਖੇਤੀ ਤੋਂ ਹੀ ਪ੍ਰਾਪਤ ਕਰਦੀ ਹੈ। ਜਿਹੜੀ ਰਾਜ ਸਰਕਾਰ ਆ ਉਹ ਕੀ ਆਮਦਨ ਦਾ ਜਿਹੜਾ ਵੱਡਾ ਹਿੱਸਾ ਜਿਹੜਾ ਹੈ ਉਹ ਕਿਸ ਤੋਂ ਖੇਤੀ ਤੋਂ ਹੀ ਪ੍ਰਾਪਤ ਕਰਦੀ ਹੈ। ਅਗਲਾ ਪੁਆਇੰਟ ਹੈ ਕਿ ਅਨਾਜ ਦੇ ਵਪਾਰ ਤੋਂ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਅਤੇ ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਕਾਫੀ ਆਮਦਨ ਪ੍ਰਾਪਤ ਹੁੰਦਾ ਹੈ। ਠੀਕ ਹੈ, ਤਾਂ ਇਹਦੇ ਵਿੱਚ ਕੀ ਲਿਖਿਆ 7ਵਾਂ ਪੁਆਇੰਟ ਹੈ ਕਿ ਭਾਰਤ ਅਨਾਜ ਦੇ ਵਪਾਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਅਤੇ ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਆਮਦਨ ਵੀ ਮਿਲਦੀ ਹੈ। ਠੀਕ ਹੈ, ਉਸ ਤੋਂ ਬਾਅਦ ਦੂਸਰਾ ਕੁਐਸਚਨ ਹੈ ਭਾਰਤੀ ਖੇਤੀ ਦੀਆਂ ਮੁੱਖ ਸਮੱਸਿਆਵਾਂ ਦਾ ਵਰਣਨ ਕਰੋ। ਜਿਹੜੀ ਸਮੱਸਿਆਵਾਂ ਹਨ ਭਾਰਤੀ ਖੇਤੀ ਦੇ ਕਿਹੜੀਆਂ ਸਮੱਸਿਆਵਾਂ ਹਨ ਉਸ ਦੇ ਬਾਰੇ ਚਰਚਾ ਕਰਨਾ ਹੈ। ਭਾਰਤੀ ਖੇਤੀ ਦੀਆਂ ਮੁੱਖ ਸਮੱਸਿਆਵਾਂ ਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਠੀਕ ਹੈ, ਕਹਿੰਦੇ 3 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਪਹਿਲਾ ਭਾਗ ਹੈ ਮਨੁੱਖੀ ਸਮੱਸਿਆਵਾਂ, ਦੂਸਰਾ ਹੈ ਸੰਸਥਾਗਤ ਸਮੱਸਿਆਵਾਂ ਅਤੇ ਤੀਸਰਾ ਹੈ ਤਕਨੀਕੀ ਸਮੱਸਿਆਵਾਂ। ਠੀਕ ਹੈ, ਦੇਖਿਆ ਪਹਿਲਾ ਪੁਆਇੰਟ ਮਨੁੱਖੀ ਸਮੱਸਿਆਵਾਂ। ਸਾਡੇ ਦੇਸ਼ ਵਿੱਚ ਵਧੇਰੇ ਲੋਕ ਖੇਤੀ 'ਤੇ ਨਿਰਭਰ ਕਰਦੇ ਹਨ, ਪਹਿਲਾ ਪੁਆਇੰਟ। ਠੀਕ ਹੈ, ਦੂਸਰਾ ਪੁਆਇੰਟ ਹੈ ਕਿ ਭੂਮੀ ਉੱਤੇ ਜਨਸੰਖਿਆ ਦਾ ਵਧੇਰੇ ਦਬਾਅ ਹੋਣ ਕਾਰਨ ਜਿਹੜੀ ਛੁਪੀ ਹੋਈ ਬੇਰੁਜ਼ਗਾਰੀ ਆ ਉਹ ਵੱਧ ਰਹੀ ਹੈ। ਠੀਕ ਹੈ, ਹੁਣ ਅਗਲਾ ਪੁਆਇੰਟ ਹੈ ਕਿ ਭਾਰਤੀ ਕਿਸਾਨ ਅਨਪੜ੍ਹ ਹੋਣ ਕਰਕੇ ਖੇਤੀ ਦੀਆਂ ਨਵੀਆਂ ਤਕਨੀਕਾਂ ਦਾ ਗਿਆਨ ਆਸਾਨੀ ਨਾਲ ਪ੍ਰਾਪਤ ਨਹੀਂ ਕਰ ਸਕਦੇ। ਜਿਹੜੇ ਭਾਰਤ ਦੇ ਜਿਹੜੇ ਕਿਸਾਨ ਹੈ ਉਹ ਜ਼ਿਆਦਾ ਉਹਨਾਂ ਨੂੰ ਨੌਲੇਜ ਨਹੀਂ ਹੈਗੀ ਪੂਰੀ ਤਰ੍ਹਾਂ ਕਿਸ ਤਰ੍ਹਾਂ ਚੰਗੀ ਵਧੀਆ ਝਾੜ ਵਾਲੀ ਫਸਲ ਜਿਹੜਾ ਉਹ ਪੈਦਾ ਕੀਤੀ ਜਾ ਸਕੇ। ਠੀਕ ਹੈ, ਇਸ ਕਾਰਨ ਜਿਹੜੇ ਆ ਉਹਨਾਂ ਨੂੰ ਜਿਹੜਾ ਲਾਭ ਜ਼ਿਆਦਾ ਪ੍ਰਾਪਤ ਨਹੀਂ ਹੋ ਪਾਉਂਦਾ। ਠੀਕ ਹੈ, ਹੁਣ ਅਗਲਾ ਪੁਆਇੰਟ ਹੈ ਸੰਸਥਾਗਤ ਸਮੱਸਿਆਵਾਂ। ਉਹ ਕਿਹੜੀਆਂ ਪਹਿਲਾ ਹੈ ਕਿ ਖੇਤਾਂ ਦਾ ਆਕਾਰ ਛੋਟਾ ਹੋਣ ਕਰਕੇ ਉਹਨਾਂ 'ਤੇ ਵਿਗਿਆਨਿਕ ਢੰਗ ਨਾਲ ਖੇਤੀ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਇਸ ਨਾਲ ਪਸ਼ੂ ਔਜ਼ਾਰ ਅਤੇ ਸਿੰਚਾਈ ਦੇ ਸਾਧਨਾਂ ਜਿਹੜੇ ਉਹ ਬੇਕਾਰ ਹੋ ਜਾਂਦੇ ਹਨ। ਮਤਲਬ ਖੇਤਾਂ ਦਾ ਜਿਹੜਾ ਆਕਾਰ ਉਹ ਬਹੁਤ ਛੋਟੇ ਹੋ ਜਾਂਦੇ ਹਨ ਅਤੇ ਜਿਸ ਦੇ ਕਾਰਨ ਜਿਹੜੇ ਪਸ਼ੂ ਅਤੇ ਜਿਹੜੇ ਬਾਕੀ ਸਾਰੇ ਔਜ਼ਾਰ ਹਨ ਉਹ ਬੇਕਾਰ ਹੋ ਜਾਂਦੇ ਹਨ। ਠੀਕ ਹੈ, ਉਸ ਤੋਂ ਬਾਅਦ ਅਗਲਾ ਪੁਆਇੰਟ ਹੈ ਕਿ ਆਜ਼ਾਦੀ ਪਿੱਛੋਂ ਜ਼ਿੰਮੇਦਾਰੀ ਪ੍ਰਥਾ ਨੂੰ ਕਾਨੂੰਨੀ ਤੌਰ 'ਤੇ ਖਤਮ ਕਰ ਦਿੱਤਾ ਗਿਆ ਹੈ ਪਰ ਫਿਰ ਵੀ ਕਾਸ਼ਤਕਾਰ ਦੀ ਹਾਲਤ ਸੰਤੋਖਜਨਕ ਨਹੀਂ ਹੈ। ਠੀਕ ਹੈ, ਹੁਣ ਜ਼ਿੰਮੇਦਾਰੀ ਪ੍ਰਥਾ ਜਿਹੜੀ ਸੀਗੀ ਉਸ ਨੂੰ ਤਾਂ ਹੁਣ ਤਾਂ ਖਤਮ ਕਰ ਦਿੱਤਾ ਗਿਆ ਪਰੰਤੂ ਫਿਰ ਵੀ ਜਿਹੜੇ ਕਿਸਾਨ ਹੈਗੇ ਉਹਨਾਂ ਦੀ ਜਿਹੜੀ ਹਾਲਤ ਉਹ ਸੰਤੋਖਜਨਕ ਨਹੀਂ ਹੈ ਕਿਉਂਕਿ ਉਹਨਾਂ ਨੂੰ ਆਪਣੀਆਂ ਫਸਲਾਂ ਉਗਾਉਣ ਦੇ ਲਈ ਜਿਹੜਾ ਲੋਕ ਉਹਨਾਂ ਤੋਂ ਕਰਜ਼ਾ ਲੈਣਾ ਹੀ ਪੈਂਦਾ ਹੈ। ਠੀਕ ਹੈ, ਹੁਣ ਅਗਲਾ ਹੈ ਤਕਨੀਕੀ ਸਮੱਸਿਆ। ਤਕਨੀਕੀ ਸਮੱਸਿਆ ਕੀ ਹੈ ਕਿ ਭਾਰਤ ਦੀ ਖੇਤੀ ਪਾਣੀ ਲਈ ਜ਼ਿਆਦਾਤਰ ਵਰਖਾ ਉੱਤੇ ਹੀ ਨਿਰਭਰ ਹੁੰਦੇ ਹਨ। ਮਤਲਬ ਭਾਰਤ ਦੇ ਜਿਹੜੇ ਲੋਕ ਆ ਉਹ ਖੇਤੀ ਦੇ ਲਈ ਕਿਸ 'ਤੇ ਵਰਖਾ 'ਤੇ ਹੀ ਨਿਰਭਰ ਕਰਦੇ ਹਨ। ਠੀਕ ਹੈ, ਹੁਣ ਵਰਖਾ ਵੀ ਅਨਿਸ਼ਚਿਤ ਹੋਣ ਦੇ ਕਾਰਨ ਖੇਤੀ ਉਤਪਾਦਨ ਵੀ ਅਨਿਸ਼ਚਿਤ ਹੋ ਜਾਂਦੀ ਹੈ। ਕਹਿੰਦਾ ਵਰਖਾ ਵੀ ਅਨਿਸ਼ਚਿਤ ਹੋ ਜਾਣ ਕਾਰਨ ਅਨਿਸ਼ਚਿਤ ਮਤਲਬ ਜਿਵੇਂ ਵਰਖਾ ਕਦੇ ਹੋ ਵੀ ਸਕਦੀ ਹੈ ਕਦੇ ਨਹੀਂ ਵੀ ਹੋ ਸਕਦੀ ਹੈ, ਕਦੇ ਵਰਖਾ ਬਹੁਤ ਤੇਜ਼ ਆਵੇ ਜਾਂ ਫਿਰ ਕਦੇ ਵਰਖਾ ਜਿਹੜੀ ਆ ਉਹ ਹੋਵੇ ਹੀ ਨਾ। ਠੀਕ ਹੈ, ਇਸ ਦੇ ਕਾਰਨ ਵੀ ਜਿਹੜੀ ਉਤਪਾਦਨ ਆ ਉਹ ਵੀ ਅਨਿਸ਼ਚਿਤ ਹੋ ਜਾਂਦੀ ਹੈ ਜਿਹਦੇ ਕਾਰਨ ਉਤਪਾਦਨ ਵੀ ਹੋਵੇ ਭਾਵੇਂ ਨਾ ਹੋਵੇ ਇਹ ਵੀ ਇਸ ਦਾ ਵੀ ਡਰ ਬਣਿਆ ਹੀ ਰਹਿੰਦਾ। ਠੀਕ ਹੈ, ਅਗਲਾ ਪੁਆਇੰਟ ਹੈ ਖੇਤੀ ਵਿੱਚ ਪੁਰਾਣੇ ਔਜ਼ਾਰਾਂ ਦਾ ਪ੍ਰਯੋਗ ਕਰਨ ਨਾਲ
ਭੂਮੀ ਦੀ ਉਤਪਾਦਕਤਾ ਨਹੀਂ ਵਧਦੀ। ਠੀਕ ਹੈ, ਹੁਣ ਇੱਥੇ ਕੀ ਕਹਿ ਰਿਹਾ ਕਿ ਖੇਤੀ ਵਿੱਚ ਪੁਰਾਣੇ ਔਜ਼ਾਰ ਦਾ ਪ੍ਰਯੋਗ ਕਰਨ ਦੇ ਕਾਰਨ ਹੁਣ ਜਿਹੜੇ ਪੁਰਾਣੇ ਸੰਦ ਹੈਗੇ, ਜਿਹੜੇ ਪੁਰਾਣੇ ਔਜ਼ਾਰ ਹੈਗੇ, ਉਹਨਾਂ ਦਾ ਪ੍ਰਯੋਗ ਕਰਨ ਦੇ ਨਾਲ ਜਿਹੜੇ ਭੂਮੀ ਦੀ ਉਤਪਾਦਕਤਾ ਹੈ ਉਹ ਤਾਂ ਵੱਧਦੀ ਹੀ ਨਹੀਂ ਹੈ, ਜਿਸ ਨਾਲ ਖੇਤੀ ਉਤਪਾਦਨ ਘੱਟ ਹੋ ਜਾਂਦਾ ਹੈ ਅਤੇ ਜਿਹੜਾ ਖੇਤੀ ਉਤਪਾਦਨ ਹੈ ਉਹ ਕੀ ਹੋ ਜਾਂਦਾ ਹੈ, ਘੱਟ ਹੋ ਜਾਂਦਾ ਹੈ। ਭਾਰਤ ਵਿੱਚ ਖੇਤੀ ਕਰਨ ਦੇ ਢੰਗ ਵੀ ਪੁਰਾਣੇ ਹਨ ਅਤੇ ਖੇਤੀ ਕਰਨ ਦੇ ਜਿਹੜੇ ਢੰਗ ਹਨ ਉਹ ਪੁਰਾਣੇ ਹੀ ਹਨ। ਚੌਥਾ ਹੈ ਕਿ ਵਧੀਆ ਬੀਜ ਮਹਿੰਗੇ ਹੋਣ ਕਰਕੇ ਭਾਰਤ ਦੇ ਗਰੀਬ ਕਿਸਾਨ ਇਹਨਾਂ ਨੂੰ ਖਰੀਦ ਨਹੀਂ ਸਕਦੇ, ਜਿਸ ਕਾਰਨ ਪ੍ਰਤੀ ਹੈਕਟੇਅਰ ਉਪਜ ਘੱਟ ਹੁੰਦੀ ਹੈ। ਹੁਣ ਬੀਜ ਵੀ ਜਿਹੜੇ ਆ ਉਹ ਮਹਿੰਗੇ ਹਨ ਵਧੀਆ ਝਾੜ ਪੈਦਾ ਕਰਨ ਦੇ ਲਈ, ਫਸਲਾਂ ਦੇ ਲਈ, ਅਤੇ ਜਿਹੜੇ ਛੋਟੇ ਕਿਸਾਨ ਆ ਉਹ ਅਤੇ ਜਾਂ ਫਿਰ ਜਿਹੜੇ ਗਰੀਬ ਕਿਸਾਨ ਆ ਉਹ ਇਹਨਾਂ ਫਸਲਾਂ ਦੇ ਬੀਜਾਂ ਨੂੰ ਉਹ ਖਰੀਦਣ ਵਿੱਚ ਅਸਮਰਥ ਹਨ, ਅਤੇ ਜਿਸ ਦੇ ਕਾਰਨ ਜਿਹੜੀ ਉਪਜ ਆ ਉਹ ਘੱਟ ਹੁੰਦੀ ਹੈ। ਹੁਣ ਪੰਜਵਾਂ ਕੀ ਹੈ ਕਿ ਰਸਾਇਣਿਕ ਖਾਦਾਂ ਵੀ ਜਿਹੜੀ ਆ ਉਹ ਵੀ ਮਹਿੰਗੀਆਂ ਹਨ ਅਤੇ ਇਹਨਾਂ ਰਸਾਇਣਿਕ ਖਾਦਾਂ ਨੂੰ ਵਿਦੇਸ਼ਾਂ ਤੋਂ ਮੰਗਵਾਉਣਾ ਪੈਂਦਾ, ਇਸ ਲਈ ਇਸ ਦੀ ਘਾਟ ਰਹਿੰਦੀ ਹੈ। ਠੀਕ ਹੈ, ਹੁਣ ਅਗਲਾ ਕੁਐਸਚਨ ਹੈ ਕਿ ਭਾਰਤੀ ਖੇਤੀ ਦੇ ਵਿਕਾਸ ਵਿੱਚ ਸਰਕਾਰ ਦੇ ਯੋਗਦਾਨਾਂ ਦਾ ਵਰਣਨ ਕਰੋ। ਹੁਣ ਸਰਕਾਰ ਨੇ ਕੀ ਯੋਗਦਾਨ ਪਾਏ ਨੇ ਆਰਥਿਕ ਖੇਤੀ ਦੇ ਵਿਕਾਸ ਦੇ ਲਈ। ਠੀਕ ਹੈ, ਪਹਿਲਾ ਪੁਆਇੰਟ ਹੈ ਕਿ ਜ਼ਿੰਮੇਦਾਰੀ ਪ੍ਰਥਾ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ। ਦੂਸਰਾ ਪੁਆਇੰਟ ਹੈ ਕਿ ਕਾਸ਼ਤਕਾਰੀ ਪ੍ਰਥਾ ਦੇ ਵਿੱਚ ਸੁਧਾਰ ਕਰਨ ਲਈ ਵੱਖੋ ਵੱਖ ਰਾਜਾਂ ਵਿੱਚ ਕਾਨੂੰਨ ਪਾਸ ਕੀਤੇ ਗਏ। ਜਿਹੜੇ ਕਾਸ਼ਤਕਾਰੀ ਪ੍ਰਥਾ ਹੈ ਇਸ ਨੂੰ ਸੁਧਾਰ ਦੇ ਵਿੱਚ ਲਿਆਉਣ ਦੇ ਲਈ ਜਿਹੜੇ ਵੱਖੋ ਵੱਖਰੇ ਰਾਜ ਹੈਗੇ ਉਹਨਾਂ ਦੇ ਵਿੱਚ ਕੀ ਕਾਨੂੰਨ ਜਿਹੜਾ ਉਹ ਪਾਸ ਕੀਤਾ ਗਿਆ। ਤੀਸਰਾ ਪੁਆਇੰਟ ਹੈ ਕਿ 5 ਸਾਲੀ ਯੋਜਨਾਵਾਂ ਵਿੱਚ ਖੇਤੀ ਖੇਤਰ ਦਾ ਵਿਕਾਸ ਕਰਨ ਦਾ ਯਤਨ ਕੀਤਾ ਗਿਆ ਹੈ। ਠੀਕ ਹੈ, ਹੁਣ ਜਿਹੜੀ 5 ਸਾਲੀ ਯੋਜਨਾਵਾਂ ਹੈ ਇਹ ਖੇਤੀ ਯੋਜਨਾਵਾਂ ਉਸ ਦੇ ਅਧੀਨ ਜਿਹੜਾ ਹੈ ਉਹ ਖੇਤੀ ਦਾ ਵਿਕਾਸ ਕਰਨ ਦਾ ਯਤਨ ਵੀ ਕੀਤਾ ਜਾ ਰਿਹਾ ਹੈ। ਚੌਥਾ ਪੁਆਇੰਟ ਹੈ ਕਿ ਖੇਤੀ ਦੀ ਉਤਪਾਦਕਤਾ ਵਧਾਉਣ ਦੇ ਲਈ ਸਿੰਚਾਈ ਦਾ ਵਧੇਰੇ ਵਿਸਥਾਰ ਕੀਤਾ ਗਿਆ ਹੈ। ਠੀਕ ਹੈ ਨਾ। ਅਗਲਾ ਪੁਆਇੰਟ ਹੈ ਕਿ ਜਿਨ੍ਹਾਂ ਖੇਤਰਾਂ ਵਿੱਚ ਸਿੰਚਾਈ ਦੀ ਵਿਵਸਥਾ ਸੰਭਵ ਨਹੀਂ ਹੈ ਉੱਥੇ ਸੁੱਕੀ ਖੇਤੀ ਸੰਭਵ ਕੀਤੀ ਜਾਂਦੀ ਹੈ। ਮਤਲਬ ਜਿੱਥੇ ਜਿਹੜੇ ਸਿੰਚਾਈ ਦੀ ਵਿਵਸਥਾ ਜਿਹੜੀ ਸੰਭਵ ਨਹੀਂ ਹੁੰਦੀ, ਥੋੜ੍ਹੀ ਬਹੁਤੀ ਸਿੰਚਾਈ ਦੀ ਵਿਵਸਥਾ ਪ੍ਰਾਪਤ ਹੁੰਦੀ ਹੈ, ਉੱਥੇ ਜਿਹੜੇ ਆ ਉਹ ਘੱਟ ਪਾਣੀ ਵਾਲੇ ਜਿਹਨਾਂ ਫਸਲਾਂ ਨੂੰ ਘੱਟ ਪਾਣੀ ਦੀ ਲੋੜ ਹੈ ਉਸ ਤਰ੍ਹਾਂ ਦੀਆਂ ਫਸਲਾਂ ਜਿਹੜੀਆਂ ਉੱਥੇ ਉਗਾਈ ਜਾਂਦੀਆਂ। ਠੀਕ ਹੈ, ਉਸ ਤੋਂ ਬਾਅਦ ਹੈ ਛੇਵਾਂ ਕਿ ਉੱਨਤ ਬੀਜ ਅਤੇ ਖਾਦਾਂ ਆਦਿ ਨੂੰ ਉਪਲਬਧ ਕਰਵਾਉਣ ਲਈ ਸਹਿਕਾਰੀ ਸਮਿਤੀਆਂ ਦੀ ਸਥਾਪਨਾ ਉੱਪਰ ਜ਼ੋਰ ਦਿੱਤਾ ਗਿਆ ਹੈ, ਤਾਂ ਕਿ ਜਿਹੜੇ ਉੱਨਤ ਬੀਜ ਹੈਗੇ ਅਤੇ ਖਾਦਾਂ ਹੈਗੇ ਉਹਨਾਂ ਨੂੰ ਸਸਤੇ ਦਾਮਾਂ ਦੇ ਵਿੱਚ ਉਪਲਬਧ ਕਰਾਉਣ ਦੇ ਲਈ ਕਿ ਜਿਹੜੀ ਸਹਿਕਾਰੀ ਸਮਿਤੀਆਂ ਹੈ ਉਹਨਾਂ ਦੀ ਸਥਾਪਨਾ ਉੱਤੇ ਜ਼ੋਰ ਦਿੱਤਾ ਗਿਆ ਹੈ। ਅਤੇ ਸਰਕਾਰ ਨੇ ਹੋਰ ਕੀ ਕੀਤਾ ਹੈ ਕਿ ਪਸ਼ੂਆਂ ਦੀ ਬਿਮਾਰੀ ਦਾ ਇਲਾਜ ਕਰਨ ਦੇ ਲਈ ਹਸਪਤਾਲ ਵੀ ਖੋਲ੍ਹੇ ਹਨ। ਠੀਕ ਹੈ, ਹੁਣ ਪਸ਼ੂਆਂ ਦੀ ਬਿਮਾਰੀ ਦੇ ਲਈ ਹਸਪਤਾਲ ਵੀ ਖੋਲ੍ਹੇ ਜਾ ਰਹੇ ਹਨ। ਠੀਕ ਹੈ, ਅਗਲਾ ਕੁਐਸਚਨ ਹੈ ਕਿ ਹਰੀ ਕ੍ਰਾਂਤੀ ਸਫਲਤਾ ਲਈ ਮੁੱਖ ਤੱਤ ਬਾਰੇ ਲਿਖੋ ਕਿ ਹਰੀ ਕ੍ਰਾਂਤੀ ਜਿਹੜੀ ਸਫਲ ਹੋਈ ਹੈ ਉਹ ਕਿਹਨਾਂ ਤੱਤਾਂ ਦੇ ਕਾਰਨ ਹੀ ਸੰਭਵ ਹੋਈ ਹੈ, ਉਹਨਾਂ ਬਾਰੇ ਲਿਖਣਾ ਹੈ। ਪੁਆਇੰਟ ਹੈ ਪੰਜਾਬ ਵਿੱਚ ਲਗਭਗ 55 ਲੱਖ ਹੈਕਟੇਅਰ ਭੂਮੀ ਉੱਤੇ ਉੱਨਤ ਬੀਜਾਂ ਨਾਲ ਖੇਤੀ ਕੀਤੀ ਜਾਂਦੀ ਹੈ। ਕਿੰਨੇ 55 ਲੱਖ ਹੈਕਟੇਅਰ ਭੂਮੀ ਉੱਤੇ ਉੱਨਤ ਬੀਜਾਂ ਨਾਲ ਖੇਤੀ ਕੀਤੀ ਜਾਂਦੀ ਹੈ। ਦੂਸਰਾ ਪੁਆਇੰਟ ਹੈ ਕਿ ਹਰੀ ਕ੍ਰਾਂਤੀ ਲਿਆਉਣ ਵਿੱਚ ਰਸਾਇਣਿਕ ਖਾਦਾਂ ਵਧੇਰੇ ਪ੍ਰਯੋਗ ਕੀਤੇ ਗਏ ਹਨ ਅਤੇ ਅਨਾਜ ਉਤਪਾਦਨ ਦੇ ਵਿੱਚ ਕਾਫੀ ਵਾਧਾ ਹੋਇਆ। ਹੁਣ ਹਰੀ ਕ੍ਰਾਂਤੀ ਦੇ ਵਿੱਚ ਜਿਹੜਾ ਖਾਦਾਂ ਹੈ ਉਹਨਾਂ ਦੇ ਵੀ ਵਧੇਰੇ ਪ੍ਰਯੋਗ ਕੀਤਾ ਗਿਆ, ਜਿਸ ਦੇ ਕਾਰਨ ਹੀ ਜਿਹੜੇ ਉਤਪਾਦਨ ਦੇ ਵਿੱਚ ਕਾਫੀ ਵਾਧਾ ਹੋਇਆ। ਅਗਲਾ ਪੁਆਇੰਟ ਹੈ ਸਿੰਚਾਈ ਦੇ ਖੇਤਰ ਵਿੱਚ ਹੋਣ ਵਾਲੇ ਵਾਧੇ ਨਾਲ ਹਰੀ ਕ੍ਰਾਂਤੀ ਉੱਤੇ ਬਹੁਤ ਵਧੇਰੇ ਪ੍ਰਭਾਵ ਮਿਲਿਆ ਹੈ ਅਤੇ ਸਿੰਚਾਈ ਦੀ ਵੀ ਜਿਹੜੀ ਵਿਵਸਥਾ ਹੈ ਉਸ ਦੇ ਕਾਰਨ ਵੀ ਜਿਹੜੇ ਹਰੀ ਕ੍ਰਾਂਤੀ ਉੱਤੇ ਜਿਹੜਾ ਉਹ ਪ੍ਰਭਾਵ ਪਿਆ ਹੈ। ਚੌਥਾ ਹੈ ਕਿਸਾਨਾਂ ਨੇ ਟਰੈਕਟਰ, ਟਿਊਬਵੈੱਲਾਂ, ਥ੍ਰੈਸ਼ਰਾਂ ਅਤੇ ਡੀਜ਼ਲ ਇੰਜਣ ਦਾ ਵੱਧ ਤੋਂ ਵੱਧ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ। ਠੀਕ ਹੈ, ਹੁਣ ਜਿਹੜੇ ਕਿਸਾਨ ਹੈ ਕਿ ਹੁਣ ਉਹ ਟਰੈਕਟਰਾਂ ਦਾ ਯੂਜ਼ ਕਰ ਰਹੇ ਹਨ। ਟਰੈਕਟਰਾਂ, ਟਿਊਬਵੈੱਲਾਂ, ਥ੍ਰੈਸ਼ਰਾਂ, ਡੀਜ਼ਲ ਮਸ਼ੀਨਾਂ ਜਿਹੜੀ ਹੈ ਹੁਣ ਉਹ ਇਹਨਾਂ ਦਾ ਇਸਤੇਮਾਲ ਕਰ ਰਹੇ ਹਨ ਬੀਜਲ ਫਸਲ ਕੱਟਣ ਦੇ ਲਈ। ਠੀਕ ਹੈ, ਅਗਲਾ ਪੁਆਇੰਟ ਹੈ ਕਿ ਕਿਸਾਨਾਂ ਨੂੰ ਆਸਾਨੀ ਨਾਲ ਵਧੇਰੇ ਸਾਖ ਸਹੂਲਤਾਂ ਮਿਲਣ ਕਾਰਨ ਉਹ ਲੋੜ ਅਨੁਸਾਰ ਉੱਨਤ ਬੀਜ, ਖਾਦ ਅਤੇ ਮਸ਼ੀਨਰੀ ਨੂੰ ਖਰੀਦ ਕੇ ਪ੍ਰਯੋਗ ਕਰਨ ਲੱਗ ਪਏ ਹਨ। ਠੀਕ ਹੈ, ਇਸ ਦੇ ਵਿੱਚ ਕੀ ਕਹਿ ਰਹੇ ਹਨ ਕਿ ਕਿਸਾਨ ਜਿਹੜੇ ਹੈਗੇ ਉਹਨਾਂ ਨੂੰ ਵਧੇਰੇ ਸਾਖ ਸਹੂਲਤਾਂ ਆਸਾਨੀ ਦੇ ਨਾਲ ਜੇਕਰ ਮਿਲੂਗੀ ਤਾਂ ਉਹ ਉੱਨਤ ਬੀਜ, ਖਾਦ ਅਤੇ ਮਸ਼ੀਨਾਂ ਨੂੰ ਖਰੀਦ ਕੇ ਪ੍ਰਯੋਗ ਕਰਨ ਲੱਗ ਪਏ ਹਨ। ਹੁਣ ਉਹਨਾਂ ਨੂੰ ਆਸਾਨੀ ਨਾਲ ਮਿਲ ਰਿਹਾ ਹੈ ਤਾਂ ਉਹ ਉੱਨਤ ਬੀਜ, ਖਾਦਾਂ ਦਾ ਉਹ ਖਰੀਦ ਸਕਦੇ ਹਨ। ਅਗਲਾ ਪੁਆਇੰਟ ਹੈ ਕਿ ਨਵੀਆਂ ਤੋਂ ਨਵੀਆਂ ਖੋਜਾਂ ਕਰਨ ਅਤੇ ਖੇਤੀ ਦੀਆਂ ਨਵੀਆਂ ਵਿਧੀਆਂ, ਫਸਲਾਂ ਵਿੱਚ ਫੇਰ-ਬਦਲ, ਖਾਦ, ਪਾਣੀ ਅਤੇ ਬੀਜਾਂ ਦੇ ਪ੍ਰਯੋਗ ਉੱਤੇ ਵੀ ਕਾਫੀ ਧਿਆਨ ਦਿੱਤਾ ਗਿਆ ਹੈ। ਸੱਤਵਾਂ ਪੁਆਇੰਟ ਹੈ ਇਸ ਅਧੀਨ ਫਸਲਾਂ ਵਿੱਚ ਕੀੜੇ ਮਾਰ ਦਵਾਈਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਠੀਕ ਹੈ, ਇਸ ਦੇ ਵਿੱਚ ਕੀੜਿਆਂ ਨੂੰ ਮਾਰਨ ਦੇ ਲਈ ਕੀੜੇ ਮਾਰ ਦਵਾਈਆਂ ਦਾ ਵੀ ਜਿਹੜਾ ਪ੍ਰਯੋਗ ਆ ਉਹ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਅਗਲਾ ਪੁਆਇੰਟ ਹੈ ਕਿ ਖੇਤੀ ਉਤਪਾਦਨ ਦੀ ਵਿਕਰੀ ਵਿੱਚ ਕਾਫੀ ਸੁਧਾਰ ਹੋ ਗਿਆ ਹੈ। ਹੁਣ ਖੇਤੀ ਉਤਪਾਦਨ ਦੀ ਜਿਹੜੀ ਵਿਕਰੀ ਪਹਿਲਾਂ ਹੁੰਦੀ ਸੀ, ਹੁਣ ਪਹਿਲਾਂ ਤੋਂ ਹੁਣ ਵਧੇਰੇ ਕਾਫੀ ਉਸ ਦੇ ਵਿੱਚ ਸੁਧਾਰ ਵੀ ਕੀਤਾ ਗਿਆ ਹੈ। ਠੀਕ ਹੈ, ਹੁਣ ਇਹ ਸੀਗੇ ਸਾਡੇ ਜਿਹੜੇ ਲੈਸਨ ਨੰਬਰ 3
ਭਾਰਤ ਵਿੱਚ ਖੇਤੀਬਾੜੀ ਦਾ ਵਿਕਾਸ। ਇਸ ਦੇ ਵਿੱਚ ਸਿਰਫ 4 ਨੰਬਰ ਦਾ ਜਿਹੜਾ ਕੁਐਸਚਨ ਆਉਣਾ ਸੀ ਅਤੇ ਜਿਹੜੇ ਆ ਐਕਸਰਸਾਈਜ਼ ਦੇ ਜਿਹੜੇ ਕੁਐਸਚਨ ਸੀ ਉਹ ਸਾਰੇ ਹੋ ਗਏ। 7 ਕੁਐਸਚਨ ਸੀ ਐਕਸਰਸਾਈਜ਼ ਦੇ, ਉਹ ਆਪਾਂ ਸਾਰੇ ਕਰ ਲਏ। ਠੀਕ ਹੈ, ਹੁਣ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਆਪਣੇ ਮਿੱਤਰਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਦੀ ਤਿਆਰੀ ਕਰ ਸਕਣ।